ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਅੱਜ ਸਵੇਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਹੈ ਉਸ ਦੇ ਵਿੱਚ ਕਿਹੜੀਆਂ ਮੁੱਖ ਗੱਲਾਂ ਕਹੀਆਂ ਨੇ, ਜਿਸ ਦੇ ਵਿੱਚ ਉਹਨਾਂ ਨੇ ਪਹਿਲਾਂ ਜ਼ਿਕਰ ਕੀਤਾ ਕਿ ਕੈਨੇਡਾ ਸਰਕਾਰ ਨੇ ਆਪਣਾ ਪਲਾਨ ਜਾਰੀ ਕੀਤਾ ਸੀ ਕਿ ਕੈਨੇਡਾ ਵਾਸੀਆਂ ਦੀ ਕੋਵਿਡ-19 ਦੀ ਦੂਜੀ ਵੇਵ ਮੌਕੇ ਕਿਸ ਤਰ੍ਹਾਂ ਮਦਦ ਕੀਤੀ ਜਾਣੀ ਹੈ, ਜੋ ਕਿ ਕੱਲ ਜਾਰੀ ਕੀਤਾ ਗਿਆ ਸੀ ਕ੍ਰਿਸਟੀਆ ਫਰੀਲੈਂਡ ਦੇ ਵੱਲੋਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਾਨਫਰੰਸ ਦੀ ਸ਼ੁਰੂਆਤ ਕੋਵਿਡ-19 ਦਾ ਜ਼ਿਕਰ ਕਰਦੇ ਹੋਏ ਕੀਤੀ ਕਿ ਇਸ ਸਮੇਂ ਪਹਿਲਾ ਕੰਮ ਇਹੋ ਹੈ ਕਿ ਕੈਨੇਡਾ ਵਾਸੀਆਂ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਵੇ, ਜਿਸ ਲਈ ਕੈਨੇਡਾ ਸਰਕਾਰ ਨੇ ਕਈ ਬਿਲੀਅਨ PPE ਕਿੱਟ, ਕਈ ਲੱਖ ਰੈਪਿਡ ਟੈਸਟ ਇਹਨਾਂ ਲਈ ਕਦਮ ਚੁੱਕੇ ਨੇ ਤੇ ਸੰਧੀਆਂ ਤੇ ਉੱਤੇ ਦਸਤਖਤ ਕੀਤੇ ਨੇ ਉਹਨਾਂ 7 ਕੰਪਨੀਆਂ ਦੇ ਨਾਲ ਜੋ ਕੋਵਿਡ-19 ਦਾ ਟੀਕਾ ਤਿਆਰ ਕਰਨ ਦੇ ਵਿੱਚ ਮੋਹਰੀ ਨੇ, ਤਾਂ ਕਿ ਟੀਕੇ ਤਿਆਰ ਹੋਣ ਤੇ ਛੇਤੀ ਤੋਂ ਛੇਤੀ ਕੈਨੇਡਾ ਵਾਸੀਆਂ ਤੱਕ ਪਹੁੰਚਾਏ ਜਾ ਸਕਣ। ਮੈਡਰਨਾ ਕੰਪਨੀ ਨੇ ਆਪਣੇ ਟੀਕੇ ਨੂੰ ਹੈਲਥ ਕੈਨੇਡਾ ਦੇ ਕੋਲ ਰਿਵਿਊ ਦੇ ਵਾਸਤੇ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤਾ ਹੈ ਤੇ ਜੇਕਰ ਇਹ ਸੁਰੱਖਿਅਤ ਹੋਵੇਗਾ ਤਾਂ ਇਸ ਦੇ ਕਈ ਡੋਜ਼ ਕੈਨੇਡਾ ਵਾਸੀਆਂ ਤੱਕ ਪਹੁੰਚਾਏ ਜਾਣਗੇ। ਇਸ ਦੇ ਨਾਲ ਹੀ ਹੋਰ ਕੰਪਨੀਆਂ ਵੀ ਇਸੇ ਰਾਹ ਦੇ ਉੱਤੇ ਨੇ। ਹੈਲਥ ਕੈਨੇਡਾ ਕੋਲ ਰਿਵਿਊ ਦੇ ਲਈ ਟੀਕਾ ਭੇਜਣ ਵਾਲੀ ਜੌਨਸਨ ਐਂਡ ਜੌਨਸਨ ਚੌਥੀ ਕੰਪਨੀ ਬਣ ਗਈ ਹੈ। ਟੀਕਿਆਂ ਨੂੰ ਅੱਗੇ ਭੇਜਣ ਦੇ ਲਈ ਕੈਨੇਡਾ ਸਰਕਾਰ ਸੂਬਾ ਸਰਕਾਰਾਂ ਦੇ ਨਾਲ ਰਣਨੀਤੀ ਦੇ ਉੱਤੇ ਕੰਮ ਕਰ ਰਹੀ ਹੈ। ਕੈਨੇਡਾ ਵਾਸੀਆਂ ਤੱਕ ਟੀਕੇ ਪਹੁੰਚਾਉਣ ਦੇ ਲਈ ਸੂਈਆਂ ਤੇ ਫਰੀਜ਼ਰਸ ਦੇ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਹ ਸਾਰਾ ਸਮਾਨ ਜੋ ਟੀਕਿਆਂ ਦੇ ਲਈ ਜ਼ਰੂਰੀ ਹੁੰਦਾ ਹੈ, ਕੈਨੇਡਾ ਵਿੱਚ 10 ਵਿੱਚੋਂ ਹਰ $8 ਜੋ ਕੈਨੇਡਾ ਵਾਸੀਆਂ ਦੀ ਕੋਵਿਡ-19 ਦੌਰਾਨ ਮਦਦ ਲਈ ਦਿੱਤੇ ਗਏ ਉਹ ਫੈਡਰਲ ਸਰਕਾਰ ਵੱਲੋਂ ਸਨ। ਇਹ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ। ਉਹਨਾਂ ਕਿਹਾ ਕਿ ਜਿਸ ਵਿੱਚ PPE ਕਿਟਸ, ਟੈਸਟਿੰਗ ਤੇ ਟੀਕਿਆਂ ਦੇ ਲਈ ਆਉਣ ਵਾਲਾ ਖਰਚਾ ਵੀ ਸ਼ਾਮਲ ਹੈ, ਜਿਸ ਦੇ ਵਿੱਚ ਪਰਿਵਾਰਾਂ, ਵਪਾਰਾਂ, ਨੌਜਵਾਨਾਂ ਤੇ ਬਜ਼ੁਰਗਾਂ ਨੂੰ ਵੀ ਵਿੱਤੀ ਪੱਧਰ ਦੇ ਉੱਤੇ ਮਦਦ ਦਿੱਤੀ ਗਈ ਹੈ ਤੇ ਦੂਜੀ ਵੇਵ ਦੌਰਾਨ ਵੀ ਕੈਨੇਡਾ ਵਾਸੀਆਂ ਨੂੰ ਇਸ ਮਦਦ ਦੀ ਲੋੜ ਹੈ। ਇੱਥੇ ਇਹ ਵੀ ਜਸਟਿਨ ਟਰੂਡੋ ਨੇ ਕਿਹਾ ਕਿ ਪਹਿਲੀ ਸਰਕਾਰ ਵੱਲੋਂ ਸਰਕਾਰ ਨੂੰ ਪੈਂਦੇ ਘਾਟੇ ਨੂੰ ਦੇਖਦੇ ਹੋਏ ਮਦਦ ਬੰਦ ਕਰ ਦਿੱਤੀ ਜਾਂਦੀ ਸੀ, ਪਰ ਉਹ ਅਜਿਹਾ ਨਹੀਂ ਕਰਨਗੇ। ਇੱਥੇ ਉਹਨਾਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਅੱਜ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ, ਜਿਸ ਦੇ ਨਾਲ ਆਰਥਿਕਤਾ ਮੁੜ ਤੋਂ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਕਈ ਉਦਾਹਰਨਾਂ ਵੀ ਸਾਂਝੀਆਂ ਕੀਤੀਆਂ ਗਈਆਂ ਤੇ ਕੈਨੇਡਾ ਵਾਸੀਆਂ ਨੂੰ ਕਿਹਾ ਗਿਆ ਕਿ ਕੈਨੇਡਾ ਸਰਕਾਰ ਦੇ ਵੱਲੋਂ ਉਹਨਾਂ ਦੀ ਮਦਦ ਦੇ ਵਾਸਤੇ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਭਾਈਚਾਰਿਆਂ ਦੇ ਵਿੱਚ ਹੁਣ ਜ਼ਿਆਦਾ ਮਦਦ ਪਹੁੰਚਾਈ ਜਾ ਰਹੀ ਹੈ ਜਿੱਥੇ ਵੱਡੇ ਆਊਟਬ੍ਰੇਕ ਹੋਏ ਨੇ ਕੋਵਿਡ-19 ਦੇ। Yesterday, we presented our government's plan to support Canadians through the second wave of COVID-19 and rebuild a strong, resilient economy. There are lots of important measures to cover, but first I want to start with fighting COVID-19, because right now, job one remains protecting you and your family. To date, we've secured billions of pieces of PPE, tens of millions of rapid test kits, and signed deals for hundreds of millions of doses of 7 vaccine candidates. Canada now has the most diverse portfolio of any country for vaccines. We're in the right place to have access to safe, effective vaccines as soon as possible. As the co-founder of Moderna said over the weekend, Canada was among the first to pre-order their vaccine doses. We are guaranteed some of Moderna's first batch if the vaccine is safe and approved. Already, Moderna has submitted their candidate for Health Canada review, as have Pfizer-BioNTech and AstraZeneca Oxford. And just yesterday, Johnson & Johnson joined this list as the 4th candidate for Health Canada review. As I outlined on Friday, our government is also working around the clock with the provinces and territories and through the new National Operations Centre on the vaccine rollout. We've invested in everything from freezers to needles to be sure we can reach every Canadian who wants a vaccine, no matter where they live. 8 of every $10 spent in Canada to fight COVID-19 and support Canadians has been spent by the federal government. This includes the investments we've made for PPE, testing, and vaccines. It also includes the historic measures we've rolled out for families, small businesses, young people, and seniors. These are programs that you've relied on to help get you through this crisis, to help put food on your table or afford your rent, to save your small businesses, to keep your job, to make sure we make it through as best as we possibly can all together. In the second wave, you may still need that support.
We all remember what happened when the previous government cut support too quickly following the 2008-2009 recession. That will not be our approach. We'll continue to be there for the middle class and those working hard to join it, whatever it takes, as long as it takes, until we get through this pandemic. Today, we saw new data released by Statistics Canada that shows significant economic growth over the past few months. This goes to show that the investments we've made in Canadians have helped families and businesses stay afloat. There are still tough times ahead, so we'll continue to be there for people, especially those who are hardest hit by this crisis. With vaccines on the horizon, the end of this crisis is in sight. And that means it is time to take a look at what's coming next. We have an ambitious plan to rebuild a strong, resilient economy that works for everyone. To help get there, our government will introduce a historic and appropriate stimulus plan of 3 to 4% of GDP. This will be a significant investment to get our economy back on track, and it's an investment that will make sure that no one gets left behind. We need to address the very real gaps this crisis has laid bare for women, for Black and racialized Canadians, for young people, and for Indigenous people. Because we are all better off when everyone can contribute to their full potential. The fall economic statement we presented yesterday is our roadmap for the path ahead. But our response to this crisis doesn't end there. On that note, I can confirm that our government is providing additional support to 2 more communities facing very serious local outbreaks. To begin with, the Canadian Red Cross will be providing assistance to the government of Nunavut to control the spread of COVID-19 and keep people safe. For the community of Arviat, the Red Cross is deploying specialists on the ground, as well as providing rapid testing support at the Winnipeg isolation site before people return to Nunavut. We've also approved a request for assistance for Hatchet Lake First Nation in Saskatchewan for the Canadian Rangers until at least December 26th. Along with members of the community, the Rangers will be there to help with everything from health services to support for elders. When we invest in support for communities and for local organizations, we invest in Canadians. I think of the story I shared back in March about Samaritan House in Brandon, Manitoba. Thanks to the funding we provided in the spring, Samaritan House was able to extend the hours at their shelter and stock up their food bank. Today, I was told that they are now expanding their programs to reach even more people in need.